ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸੋ ਇਸ ਸ਼ੋਅ ਦੇ ਵਿੱਚ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ ਸਾਡੇ ਨਾਲ ਹੋਣਗੇ। ਕਨੈਕਟ ਓਵਰਸੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਰੀਬ 31 ਸਾਲ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ। ਸੋ ਇੱਕ ਭਰੋਸੇਮੰਦ ਕੰਪਨੀ ਦੀ ਜੇਕਰ ਤੁਸੀਂ ਭਾਲ ਦੇ ਵਿੱਚ ਹੋ ਕਿ ਅਸੀਂ ਇੱਕ ਭਰੋਸੇਮੰਦ ਕੰਪਨੀ ਦੇ ਥਰੂ ਆਪਣਾ ਵੀਜ਼ਾ ਲਗਵਾਉਣਾ ਹੈ, ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਜਾਣਾ, ਤੇ ਆਈ ਥਿੰਕ ਕਨੈਕਟ ਓਵਰਸੀਜ਼ ਟੌਪ ਲਿਸਟ ਦੇ ਵਿੱਚ ਆਉਂਦਾ ਹੈ। ਤੁਸੀਂ ਅੱਖਾਂ ਬੰਦ ਕਰਕੇ ਇਹਨਾਂ ਤੇ ਭਰੋਸਾ ਕਰ ਸਕਦੇ ਹੋ। ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਸੋ ਅੱਜ ਜੋ ਮੈਂ ਗੱਲ ਕਰਨ ਵਾਲੀ ਹਾਂ ਉਹ ਆਸਟ੍ਰੇਲੀਆ ਨੂੰ ਲੈ ਕੇ ਗੱਲ ਕਰਾਂਗੇ। ਆਸਟ੍ਰੇਲੀਆ 'ਚ ਇਸ ਟਾਈਮ ਕੀ ਮਾਹੌਲ ਹੈ, ਵੀਜ਼ਾ ਕਿਵੇਂ ਦਾ ਆ ਰਿਹਾ, ਤੇ ਜਿਹੜੇ ਨਵੇਂ ਰੂਲਸ ਕੁਝ ਅਨਾਊਂਸ ਹੋਏ ਨੇ ਜੋ ਕਿ ਮਾਰਚ ਦੇ ਵਿੱਚ ਹੀ ਲਾਗੂ ਹੋ ਜਾਣਗੇ, ਇਸ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ। ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ। ਸੋ ਆਡੀਅנס ਨੂੰ ਦੱਸ ਦਿੰਦੇ ਹਾਂ ਜੀ, ਕਨੈਕਟ ਓਵਰਸੀਜ਼ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਤੁਸੀਂ ਇਹਨਾਂ ਨੂੰ ਨੋਟ ਕਰਨਾ ਹੈਗਾ, ਇਹਨਾਂ ਤੇ ਕਾਲਸ ਕਰ ਸਕਦੇ ਹੋ। ਆਫਿਸ ਦਾ ਐਡਰੈਸ ਫਲੈਸ਼ ਹੋ ਰਿਹਾ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਬੈਠੇ ਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ 30 ਮਿੰਟ ਦਾ ਇਹਨਾਂ ਦਾ ਸਲੋਟ ਹੈ ਜਿਸ ਨੂੰ ਤੁਸੀਂ ਬੁੱਕ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਉਸ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜਾਏਗੀ। ਸੋ ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਰੀਸੈਂਟਲੀ ਕੁਝ ਚੇਂਜਸ ਹੋ ਰਹੇ ਨੇ, ਹੈ ਨਾ, ਮਾਰਚ ਦੇ ਵਿੱਚ ਉਹ ਚੇਂਜਸ ਲਾਗੂ ਹੋ ਜਾਣਗੇ, ਕਿਹੜੇ ਨੇ ਉਹ? ਹਾਂਜੀ ਰਮਨ, ਹੁਣ ਅਸੀਂ ਲਾਸਟ ਵੀਕ ਆਈ ਵਾਸ ਇਨ ਦਿੱਲੀ, ਸਾਡੀ ਏਰੀ ਮੀਟਿੰਗ ਸੀਗੀ ਜਿਸ ਦੇ ਅਸੀਂ ਵੀਜ਼ਾ ਆਫਿਸਰਸ ਨੂੰ ਮਿਲੇ ਹੈਗੇ ਫਰਮ ਆਸਟ੍ਰੇਲੀਅਨ ਹਾਈ ਕਮਿਸ਼ਨ, ਐਂਡ ਦੇ ਐਡਵਾਈਜ਼ਡ ਅਸ ਕਿ ਔਨ 23rd of March, coming another 3-4 days, GST is being introduced. So GST genuine student test ਹੈਗਾ ਜਿਹੜਾ ਕਿ GT ਨੂੰ ਰਿਪਲੇਸ ਕਰ ਰਿਹਾ। So GT is being replaced on 23rd of March, and this is a very good news for students. And we expect कि इस टाइम in GST ज़्यादा वीज़ा अप्रूवल रेट आएगा। ਓਕੇ, ਠੀਕ ਹੈ। ਮਤਲਬ ਕਿ ਕਿਉਂਕਿ ਥੋੜ੍ਹਾ ਜਿਹਾ GT ਨੂੰ ਲੈ ਕੇ ਵੀ ਪ੍ਰੋਬਲਮ ਆ ਰਹੀ ਸੀ, ਵੀਜ਼ਾ ਅਪਰੂਵਲ ਰੇਟ ਨਹੀਂ ਸੀਗਾ ਸਹੀ। ਹੁਣ ਵੀਜ਼ਾ ਸਹੀ ਆ ਜਾਣਗੇ। ਰਾਈਟ ਟਾਈਮ ਹੋਏਗਾ ਸਟੂਡੈਂਟ ਲਈ 23rd ਮਾਰਚ ਤੋਂ ਬਾਅਦ ਅਪਲਾਈ ਕਰਨਾ? ਹਾਂਜੀ, ਇਸ ਟਾਈਮ 23rd ਮਾਰਚ ਤੋਂ ਬਾਅਦ ਅਪਲਾਈ ਕਰਨਾ ਬਿਲਕੁਲ ਰਾਈਟ ਟਾਈਮ ਹੈਗਾ। ਜਿਹੜੀ ਵੀ ਸਾਡੀ COE ਇਸ਼ੂਡ ਹੈਗੀ, ਕਨਫਰਮ ਇਨਰੋਲਮੈਂਟ ਇਸ਼ੂਡ ਹੈ, ਸਭ ਨੇ ਹੋਲਡ ਕੀਤੀ, ਸਾਰੀ ਏਜੰਸੀਆਂ ਨੇ ਹੋਲਡ ਕੀਤੀ ਹੈ। Everybody will apply for the visa in first week of April. Now when we talk about GST ਦਾ ਮਤਲਬ ਹੈਗਾ ਕਿ that statement or purpose remove ਕਰਤੀ ਉਹਨਾਂ ਨੇ ਇਸ ਦੇ ਵਿੱਚ। And the reason to remove statement of purpose ਕਿਉਂਕਿ there was no targeted thing, ਲੋਕੀ ਆਪਣੇ ਹਿਸਾਬ ਨਾਲ ਲਿਖੀ ਜਾਂਦੇ ਸੀਗੇ। So sometime different things ਲਿਖ ਰਹੇ ਸੀਗੇ। So in GST, instead of statement of purpose, there is targeted questions. So targeted question ਬੜੇ simple ਹੈਗੇ। On the questionnaire ਹੈਗਾ, ਉਹਦੇ ਵਿੱਚ answers ਭਰਨੇ ਹੈਗੇ। So basically they want to understand with student ਕਿ ਤੁਸੀਂ ਆਸਟ੍ਰੇਲੀਆ ਕਿਉਂ ਪੜ੍ਹਨਾ ਚਾਹ ਰਹੇ ਹੋ, and ਤੁਹਾਡਾ ਜਿਹੜਾ ਕੋਰਸ ਹੈ ਤੁਹਾਨੂੰ ਕੀ benefit ਕਰੇਗਾ। So these are the kind of things they want to understand from the students ਕਿ ਤੁਹਾਡੇ ਇੰਡੀਆ 'ਚ ਕੀ ਟਾਈਜ਼ ਹੈਗੇ, ਤੁਹਾਡੇ ਇੰਡੀਅਨ ਕਮਿਊਨਿਟੀ ਦੇ ਵਿੱਚ ਕੀ ਟਾਈਜ਼ ਹੈਗੇ, ਐਂਡ ਕੋਰਸ ਕਰਨ ਦਾ ਬੈਨੀਫਿਟ ਕੀ ਹੈ, ਕਿ ਕੋਰਸ ਕਰਕੇ ਇੰਡੀਆ ਆ ਕੇ ਤੁਸੀਂ ਕੀ ਕਰੋਗੇ। ਸੋ ਟੇਕਿੰਗ ਆਲ ਦਿਸ ਇਨਟੂ ਕੰਸੀਡਰੇਸ਼ਨ ਉਹ ਟਾਰਗੇਟਿਡ ਕੁਐਸਚਨੇਅਰ ਆ ਰਿਹਾ। ਸੋ ਵਨਸ ਦੀ ਟਾਰਗੇਟਿਡ ਕੁਐਸਚਨੇਅਰ ਇਜ਼ ਦੇਅਰ, ਸੋ ਟੈਕਨੀਕਲੀ ਇਟ ਹੈਜ਼ ਟੂ ਬੀ ਸਾਈਨਡ ਬਾਈ ਸਟੂਡੈਂਟ, ਤੇ ਸਟੂਡੈਂਟ ਨੂੰ ਖੁਦ ਕੁਐਸਚਨੇਅਰ ਭਰਨਾ ਚਾਹੀਦਾ ਹੈਗਾ। ਓਕੇ, ਠੀਕ ਹੈ। ਤੇ ਕੁਐਸਚਨੇਅਰ ਮਤਲਬ ਕਿ ਲਾਈਕ ਜਿੱਦਾਂ ਅਸੀਂ SOP ਭਰ ਕੇ ਦਿੰਦੇ ਸੀ, ਇੱਦਾਂ ਹੀ ਐਡਵਾਂਸ ਦੇ ਵਿੱਚ ਹੀ ਆਪਾਂ ਸਬਮਿਟ ਕਰਵਾ ਦੇਣਾ, ਰਾਈਟ? No, not in advance. ਇਹ ਜਿਹੜਾ ਕੁਐਸਚਨੇਅਰ ਹੈਗਾ, this is the questionnaire by the immigration department. So immigration department ਦਾ ਕੁਐਸਚਨੇਅਰ ਹੈਗਾ ਜਿਸ ਦੇ ਵਿੱਚ ਬੜਾ ਸਿੰਪਲ ਹੈ। ਜੇ ਤੁਸੀਂ ਕੁਐਸਚਨ ਕਿਸ ਦਾ ਕਾਪੀ ਕੀਤਾ, there are 5 to 6 questions or 7 questions, and ਕਿਸੇ ਪ੍ਰੀਵੀਅਸ ਐਪਲੀਕੇਸ਼ਨ ਨਾਲ ਮੈਚ ਕਰ ਜਾਂਦਾ ਹੈਗਾ, ਸਟੇਟ ਅਵੇ ਰਿਫਿਊਜ਼ਲ ਹੈ। ਸੋ ਇਨ ਕੁਐਸਚਨ ਦੇ ਵਿੱਚ ਸਟੂਡੈਂਟ ਦਾ ਥਾਟ ਪ੍ਰੋਸੈਸ ਆਉਣਾ ਚਾਹੀਦਾ ਹੈਗਾ। ਐਂਡ ਲਾਈਕ ਜਿੱਦਾਂ ਅਸੀਂ ਪਹਿਲੇ ਕਰਦੇ ਸਟੇਟਮੈਂਟ ਆਫ ਪਰਪਸ ਦੇ ਵਿੱਚ, we used to ask the student to write it and then help him to correct it up. ਸਾਡਾ ਸਿਸਟਮ ਉਹੀ ਰਹੇਗਾ, and we will assist, we will guide the students ਕਿ ਉਹ ਕੁਐਸਚਨਰ ਕਿੱਦਾਂ ਭਰਨਾ ਹੈ, ਐਂਡ ਸਾਡੀ ਐਕਸਪਰਟਾਈਜ਼ ਹੈ ਉਸ ਦੇ ਵਿੱਚ। ਓਕੇ, ਰਾਈਟ। ਕਿਉਂ ਪਹਿਲਾਂ ਇਹ ਹੁੰਦਾ ਸੀਗਾ ਕਿ SOP ਹੈ ਤੇ ਆਲਮੋਸਟ ਬਹੁਤ ਸਾਰੇ ਏਜੰਟਸ ਵੀ ਇੱਦਾਂ ਕਰਦੇ ਸੀ ਕਿ ਇੱਕ ਹੀ SOP ਰੈਡੀ ਕੀਤੀ ਸੀ ਜੋ ਸਾਰੇ ਸਟੂਡੈਂਟਸ ਦੀ ਫਾਈਲ 'ਤੇ ਚਿਪਕਾ ਦਿੱਤੀ ਜਾਂਦੀ ਸੀ। ਹੁਣ ਇੱਦਾਂ ਦਾ ਕੁਛ ਨਹੀਂ ਹੋ ਪਾਏਗਾ। ਸੋ ਹੁਣ ਸਰ ਇਸ ਟਾਈਮ ਨੈਕਸਟ ਇਨਟੇਕ ਕਿਹੜਾ ਮਿਲੇਗਾ ਸਟੂਡੈਂਟਸ ਨੂੰ? ਦੇਖੋ ਜੀ, ਨੈਕਸਟ ਇਨਟੇਕ ਜਿਹੜਾ ਆ ਰਿਹਾ ਜੁਲਾਈ 2024 ਦਾ ਆ ਰਿਹਾ ਹੈਗਾ, ਐਂਡ ਇਸ ਤੋਂ ਬਾਅਦ ਇੱਕ ਛੋਟਾ ਇਨਟੇਕ ਆਉਂਦਾ ਨਵੰਬਰ 2024 ਦਾ। ਸੋ ਵਿਚ ਇਜ਼ ਅ ਵੈਰੀ ਗੁੱਡ ਇਨਟੇਕ, ਐਂਡ ਵੀ ਆਰ ਹੋਪਿੰਗ ਕਿ ਆਫਟਰ ਆਲਮੋਸਟ 1.5 years ਤੋਂ ਬਾਅਦ ਦਿਸ ਇਨਟੇਕ ਵਿਲ ਹੈਵ ਬੈਟਰ ਅਪਰੂਵਲ ਰੇਟ, ਕਿਉਂਕਿ ਫੈਬਰੀ 'ਚ ਕਾਫੀ ਵੀਜ਼ਾਸ ਨਿਕਲ ਗਏ ਹੈਗੇ, ਐਂਡ
GT ਸਿਸਟਮ ਐਕਚੁਅਲੀ ਕਾਫੀ 올ਡ ਹੋ ਚੁੱਕਾ ਸੀਗਾ, ਸੋ GT ਸਿਸਟਮ ਤੋਂ ਈਵਨ ਆਊਟਡੇਟਡ ਹੋ ਚੁੱਕਾ ਸੀ ਬਿਕੋਜ਼ ਐਸ ਪਰ ਦੀ ਨਿਊ ਗਾਈਡਲਾਈਨਸ। ਸੋ ਨਈ ਜਦ ਗਾਈਡਲਾਈਨਸ ਆਉਂਦੀ ਹੈ ਕਿਸੇ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ, ਜਦ ਨਈ ਗਾਈਡਲਾਈਨਸ ਆਉਂਦੀ ਹੈ, that is made as per the feedback from the market, and the guidelines are always made for to visa approve ਕਰਨ ਵਾਸਤੇ, to give more visas. So hopefully ਜਿਹੜੇ ਬੱਚਿਆਂ ਨੇ ਹੋਲਡ ਕੀਤਾ, ਜਿਹੜੇ ਬੱਚੇ ਡਰ ਰਹੇ ਸੀਗੇ, they should come forward and apply now. ਓਕੇ, ਸੋ ਹੁਣ ਕਿਸ ਤਰ੍ਹਾਂ ਦੇ ਬੱਚੇ ਜਾ ਪਾਣਗੇ, ਲਾਈਕ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਜੇਕਰ ਗੱਲ ਕਰੀਏ ਤਾਂ? ਟੈਕਨੀਕਲੀ ਦੇਖੋ ਰਮਨ, ਕ੍ਰਾਈਟੇਰੀਆ ਤੇ ਸੇਮ ਹੈਗਾ। I mean if we talk about ਫਾਈਨੈਂਸ਼ੀਅਲਸ ਦੀ ਰਿਕੁਆਇਰਮੈਂਟ ਉਹੀ ਰਹਿਣੀ ਹੈਗੀ, 11 ਤੋਂ 12 ਲੱਖ ਦੀ ITRs ਪੈਰੈਂਟਸ ਹੀ ਹੈਗੀ ਹੋਣੀ ਚਾਹੀਦੀਆਂ, ਐਂਡ ਦੀ ਪ੍ਰੂਫ ਆਫ ਬਿਜ਼ਨਸ ਸ਼ੁੱਡ ਬੀ ਦੇਅਰ। ਲਾਈਕ ਅਗਰ ਕੋਈ ਕਹਿੰਦਾ ਜੀ ਮੇਰੀ ਮਦਰ ਬੁਟੀਕ ਚਲਾ ਰਹੀ ਹੈ, ਸੋ ਇਕੱਲਾ ਇੱਕ ਬੁਟੀਕ ਦਾ MSME ਦਾ ਸਰਟੀਫਿਕੇਟ ਨਹੀਂ ਚੱਲੇਗਾ, ਵੀ ਨੀਡ ਡਾਕੂਮੈਂਟਸ ਵਿਚ ਪ੍ਰੂਫਸ ਕਿ ਬੁਟੀਕ ਕਿੱਥੇ ਚੱਲ ਰਿਹਾ, ਕਿਹੜੇ ਪ੍ਰੈਮਿਸਿਸ ਤੇ ਚੱਲ ਰਿਹਾ, ਲਾਈਕ ਅ ਰੈਂਟ ਡੀਡ। then we need a current account for boutique. So business proofs as it is ਚੱਲਣਗੇ, ਐਂਡ ਉਸ ਤੋਂ ਇਲਾਵਾ ਬਿਜ਼ਨਸ ਪ੍ਰੂਫ ਤੋਂ ਇਲਾਵਾ ਜੇ ਕਿਸੇ ਕੋਲ GST ਨੰਬਰ ਹੈਗਾ, that is the best way to apply for visa. And students can be sponsored by the grandparents also. So ਦੇਖਿਆ ਗਿਆ ਕਈ ਦਫਾ grandparents retired ਹੁੰਦੇ हैं, they getting pensions. So when I talk about grandparents, it can be included ਨਾਨਾ ਨਾਨੀ, ਦਾਦਾ ਦਾਦੀ ਦੋਨੋਂ। ਓਕੇ, ਤੋ ਇਸ ਤੋਂ ਇਲਾਵਾ ਆਇਲਸ ਬੈਂਡ ਜਾਂ ਆਪਾਂ ਗੈਪ ਦੀ ਗੱਲ ਕਰੀਏ, ਗੈਪ ਚੱਲੇਗਾ ਹੁਣ? ਨਹੀਂ, ਗੈਪ ਐਜ਼ ਇਟ ਇਜ਼ ਜਿਹੜਾ ਹੈਗਾ 2023 ਵਾਲੇ ਐਲੀਜੀਬਲ ਐਂਟਿਲ ਜੁਲਾਈ 2024 ਐਂਡ ਨਵੰਬਰ 2024। ਯੈਸ, ਅਗਰ ਜਸਟੀਫਾਈਏਬਲ ਹੈ। ਜਿਸ ਤਰ੍ਹਾਂ ਕਈ ਦਫਾ ਸਟੂਡੈਂਟਸ ਕੀ ਕਰਦੇ ਹੈਗੇ, ਦੇ ਆਰ ਡੂਇੰਗ ਸਮਥਿੰਗ, ਦੇ ਆਰ ਗਿਵਿੰਗ ਸਮ ਐਂਟਰੈਂਸ ਐਗਜ਼ਾਮ, ਨੀਟ ਦਾ ਐਂਟਰੈਂਸ ਐਗਜ਼ਾਮ ਦੇਤਾ, ਜਾਂ JEE ਦਾ ਐਂਟਰੈਂਸ ਐਗਜ਼ਾਮ ਦਿੱਤਾ, ਜਾਂ ਨਰਸਿੰਗ ਦਾ ਫॉर एग्जांपल ਨਰਸਿੰਗ ਦਾ ਐਂਟਰੈਂਸ ਐਗਜ਼ਾਮ ਦਿੱਤਾ, ਸੋ ਦੈਟ ਵਿਲ ਨਾਟ ਬੀ ਕਾਊਂਟਡ ਐਜ਼ ਅ ਗੈਪ। ਬਟ ਯੈਸ, ਅਗਰ ਕੋਈ ਸਟੂਡੈਂਟ 2022 ਪਾਸ ਆਊਟ ਹੈ, ਕੋਈ ਡਿਪਲੋਮਾ ਕਰ ਰਿਹਾ ਹੈਗਾ, ਸਰਕਾਰੀ ਡਿਪਲੋਮਾ ਕਰ ਰਿਹਾ, ਔਰ ਇਜ਼ ਡੂਇੰਗ ਸਮ ਡਿਪਲੋਮਾ ਵਿਦ ਦ ਯੂਨੀਵਰਸਿਟੀ, ਜਿਸ ਤਰ੍ਹਾਂ ਕੋਈ ਫਾਰਮਾਸਿਊਟੀਕਲ ਦਾ ਡਿਪਲੋਮਾ ਕਰ ਰਿਹਾ ਜਾਂ ਕੋਈ IT ਦਾ ਡਿਪਲੋਮਾ ਅੰਡਰ ਅ ਪਰਟੀਕੂਲਰ ਯੂਨੀਵਰਸਿਟੀ ਕਰ ਰਿਹਾ, ਸੋ ਦੇ ਕੈਨ ਆਲਸੋ ਅਪਲਾਈ। ਸੋ ਅਗਰ ਗੈਪ ਜਸਟੀਫਾਈਏਬਲ ਹੈਗਾ, ਇਟ ਕੈਨ ਬੀ ਵਰਕ ਆਊਟ। ਅਤੇ ਈਵਨ ਇਨ ਫੈਕਟ ਜਿਹੜੇ ਗ੍ਰੈਜੂਏਟਸ ਹੈ, ਅਗਰ ਇਫ ਦੇ ਹੈਵ some experience, salary account ਵਿੱਚ ਆ ਰਹੀ ਹੈਗੀ, that can also be accepted. Okay, and IELTS bands को? IELTS bands को change ਹੋ ਰਿਹਾ ਥੋੜਾ ਜਿਹਾ, as per last time ਇਹਨੇ announce ਕੀਤਾ ਸੀ that minimum 5.56 ਹੀ ਚਾਹੀਦਾ ਹੋਏਗਾ for bachelor degree program. So let the announcement come on 23rd of March. So hopefully I think ਥੋੜਾ ਜਿਹਾ IELTS ਦੀ requirement change ਹੋਏਗੀ, but we are not very sure because this was not discussed in our meeting. But ਇੰਨਾ ਜ਼ਰੂਰ ਦੱਸਿਆ ਕਿ 23rd ਨੂੰ ਮਾਰਚ ਨੂੰ ਦੇ ਗੋਇੰ ਟੂ ਅਨਾਉਂਸ GST। ਓਕੇ, ਸੋ ਬਿਲਕੁਲ 23rd ਮਾਰਚ ਨੂੰ ਕੁਝ ਜ਼ਿਆਦਾ ਟਾਈਮ ਨਹੀਂ ਰਹਿ ਗਿਆ, ਬਹੁਤ 2-4 ਦਿਨ ਹੀ ਬਚੇ ਹੈਗੇ ਨੇ। ਸੋ ਬੈਟਰ ਹੈਗਾ ਕਿ ਤੁਸੀਂ 23rd ਮਾਰਚ ਦਾ ਵੇਟ ਕਰੋ, ਜਿਹੜੇ ਵੀ ਨਵੇਂ ਰੂਲਸ ਜਿਹੜੇ ਹੈਗੇ ਨੇ ਉਹ ਅਨਾਊਂਸ ਹੋ ਰਹੇ ਨੇ, ਉਸ ਤੋਂ ਬਾਅਦ ਆਪਣਾ ਵੀਜ਼ਾ ਅਪਲਾਈ ਕਰੋ। ਜੁਲਾਈ ਇਨਟੇਕ ਹੈਗਾ, ਅਤੇ ਆਈ ਥਿੰਕ 2024-23 ਵਾਲਿਆਂ ਵਾਸਤੇ ਲਾਸਟ ਈਅਰ ਹੀ ਹੋਏਗਾ ਨਾ, ਕਿਉਂਕਿ ਜਿੱਦਾਂ ਕਿ ਆਸਟ੍ਰੇਲੀਆ ਗੈਪ ਲੈਂਦਾ ਹੀ ਨਹੀਂ ਹੈ, 2025 'ਚ ਤਾਂ ਅਪਲਾਈ ਨਹੀਂ ਕਰ ਪਾਉਣਗੇ, ਹੈ ਨਾ? ਹਾਂਜੀ, ਬਿਲਕੁਲ ਕਰੈਕਟ ਕਹਿ ਰਹੇ ਹੋ ਜੀ। ਜਿਹੜੇ ਜਿਨ੍ਹਾਂ ਨੇ April May 2023 ਚ ਆਪਣੇ ਐਗਜ਼ਾਮਸ ਪਾਸ ਕੀਤੇ हैं, ਚਾਹੇ ਉਹ ਬੈਚਲਰ ਡਿਗਰੀ ਕੀਤੀ ਹੈ, ਚਾਹੇ 10+2 ਕੀਤੀ ਹੈ, they should come forward and reapply now, because or they should have some gap justification, ਕੋਈ documentation proper ਹੋਵੇ ਉਹਨਾਂ ਕੋਲ। But I still suggest ਕਿ ਬੱਚਿਆਂ ਨੂੰ ਹੁਣੇ ਅਪਲਾਈ ਕਰਨਾ ਚਾਹੀਦਾ, and they should avail the July 2024 ਦੀ intake। ਓਕੇ, ਐਂਡ ਸਪਾਊਸ ਦੀ ਜੇ ਗੱਲ ਕਰਾਂ, ਸਪਾਊਸ ਨੂੰ ਲੈ ਕੇ ਕੁਝ ਰੂਲਸ ਆਏ ਨੇ? Spouse ਦੇ rules are the same, Raman. I mean, anybody can take their spouse, ਚਾਹੇ bachelor degree ਜਾ ਰਿਹਾ ਜਾਂ ਤੂੰ masters ਜਾ ਰਿਹਾ। But what is required is that anybody going for master degree program, agar the boy is 10+2 pass and his wife is a graduate, so ਉਹ case ਨਹੀਂ ਨਿਕਲਦੇ। So technically spouse ਵਾਸਤੇ ਅਗਰ ਲੜਕੀ graduate ਹੈ, the boy should also be a graduate. So that is what required, and marriage should be old, and there should be proper marriage proof. Photographs and other things should be proper. Then only the spouse visas will come in. Otherwise spouse visa ਲਈ difficulty ਹੈ। ਜਿਹੜੇ ਬੱਚੇ ਅਗਰ 10+2 ਪਾਸ ਹੈ ਐਂਡ ਲੜਕਾ ਵੀ 10+2 ਪਾਸ ਹੈ, ਉਹਨਾਂ ਵਾਸਤੇ ਆਪਸ਼ਨ ਨਹੀਂ ਹੈ ਇਸ ਟਾਈਮ। ਓਕੇ, ਸੋ ਸਰ ਹੁਣ ਤੁਹਾਡੀ 30 ਮਿੰਟ ਸਲੋਟ ਦੀ ਗੱਲ ਕਰਦੇ ਹੈਗੇ ਆ, ਹੈ ਨਾ? ਕਿੱਦਾਂ ਸਟੂਡੈਂਟਸ ਉਸ ਨੂੰ ਬੁੱਕ ਕਰ ਸਕਦੇ ਨੇ, ਕਿਹੜੀ ਇਨਫੋਰਮੇਸ਼ਨ ਇਹਦੇ ਵਿੱਚ ਉਹਨਾਂ ਨੂੰ ਮਿਲੇਗੀ? what we are giving Raman is student an option, ਜਿਹੜੇ ਬੱਚੇ ਬਾਹਰ ਬੈਠੇ हैं,
लेट्स सपोज कोई कैलकाटा बैठा, दिल्ली बैठा है, एंड इवन फगवाड़े बैठा है या हरियाणा च कैथल च बैठा है, सो दे कैन कॉल आर नंबर्स और ईमेल अस, ईमेल आईडी भी ਅਸੀਂ डिस्प्ले करांगे, एंड दे कैन रिक्वेस्ट अ 30-minute slot with any of our counselor. सो डिपेंडिंग अगर स्टूडेंट ने ऑस्ट्रेलिया बारे पता करना है, यूके बारे पता करना है, न्यूजीलैंड, यूएस, आयरलैंड, एनी कंट्री, सो दे कैन जस्ट रिक्वेस्ट फॉर अ बुकिंग ऑफ अ टाइम स्लॉट, ਜਿਹੜਾ ਅਵੇਲੇਬਲ ਹੋਏਗਾ ਉਹਨਾਂ ਨੂੰ ਦਿੱਤਾ ਜਾਏਗਾ, ਐਂਡ ਦੇ ਕੈਨ ਟਾਕ ਲਾਈਵ ਵਿਦ ਆਰ ਕਾਉਂਸਲਰਸ। ਓਕੇ, ਸੋ ਰਾਈਟ, ਕਿਉਂਕਿ ਬਹੁਤ ਸਾਰੇ ਦੂਰ ਦੇ ਸਟੂਡੈਂਟਸ ਹੁੰਦੇ ਨੇ, ਚੰਡੀਗੜ੍ਹ ਨਹੀਂ ਪਹੁੰਚ ਪਾਉਂਦੇ, ਤਾਂ ਉਹ ਇਸ ਸਲॉट ਬੁੱਕ ਕਰਕੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਲੈ ਸਕਦੇ ਨੇ। ਸੋ ਥੈਂਕ ਯੂ ਸੋ ਮਚ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਆਸਟ੍ਰੇਲੀਆ ਬਾਰੇ ਅਸੀਂ ਗੱਲਬਾਤ ਕੀਤੀ ਹੈ, ਜਿਹੜੇ ਨਵੇਂ ਰੂਲਸ ਨੇ ਸਰ ਨੇ ਦੱਸ ਦਿੱਤਾ ਹੈ ਆਲਮੋਸਟ ਕੀ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਨਾਊਂਸ ਹੋਣ ਵਾਲੀਆਂ ਨੇ। ਬਾਕੀ 23 ਮਾਰਚ ਦਾ ਵੇਟ ਕਰਦੇ ਹਾਂ ਕਿ ਹੋਰ ਕੀ ਕੁਛ ਨਵਾਂ ਆਉਣ ਵਾਲਾ ਹੈ। ਬਟ ਆਈ ਥਿੰਕ ਕਿ ਹੁਣ ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ ਸ਼ਾਇਦ ਆਸਟ੍ਰੇਲੀਆ ਦਾ ਹੁਣ ਹਾਈ ਹੋ ਜਾਏਗਾ। ਪਹਿਲਾਂ ਥੋੜ੍ਹਾ ਜਿਹਾ ਡਾਈਸੀ ਮਾਹੌਲ ਸੀਗਾ, ਪਰ ਹੁਣ ਨਵੇਂ ਰੂਲਸ ਦੇ ਨਾਲ ਅੱਛੇ ਤਰੀਕੇ ਦੇ ਨਾਲ ਹੁਣ ਵੀਜ਼ਾਸ ਆਉਣੇ ਸ਼ੁਰੂ ਹੋ ਜਾਣਗੇ। ਸੋ ਤੁਸੀਂ ਜਲਦੀ ਕਰੋ, ਖਾਸ ਕਰਕੇ 23 ਵਾਲੇ ਸਟੂਡੈਂਟਸ ਲਈ ਆਲਮੋਸਟ ਲਾਸਟ ਮੌਕਾ ਹੀ ਹੈਗਾ। ਸੋ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰੋ। ਕਨੈਕਟ ਓਵਰਸੀਜ਼ ਦੇ ਨੰਬਰ ਫਲੈਸ਼ ਹੋ ਰਹੇ ਨੇ, ਆਈ ਹੋਪ ਨੋਟ ਕਰ ਲਏ ਹੋਣਗੇ ਤੁਸੀਂ, ਤੇ ਆਫਿਸ ਦੇ ਵਿੱਚ ਵੀ ਪਹੁੰਚੋ। ਸਤਿ ਸ਼੍ਰੀ ਅਕਾਲ।